ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 24ਵੇਂ ਭਾਗ ਵਿੱਚ ਸੁਣੋ ਚਰਨੋਬਿਲ ਹਾਦਸੇ ਦੀ ਚੇਤਾਵਨੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਐਟਮੀ ਸ਼ਕਤੀ ਦੀ ਦੁਨੀਆ ਵਿੱਚ ਰਹਿੰਦੇ ਹੋਏ ਜ਼ਰੂਰੀ ਹੈ ਕਿ ਸਾਨੂੰ ਅਜਿਹੇ ਹਾਦਸਿਆਂ ਬਾਰੇ ਪੂਰਾ ਗਿਆਨ ਹੋਵੇ ਜੋ ਕਿਸੇ ਦਿਨ ਸਾਡੇ ਉੱਪਰ ਵੀ ਵਾਪਰ ਸਕਦੇ ਹਨ। ਚਰਨੋਬਿਲ ਐਟਮੀ ਬਿਜਲੀ ਘਰ ਮਾਸਕੋ ਤੋਂ 750 ਕਿਲੋਮੀਟਰ ਦੂਰ ਯੂਕਰੇਨ ਪਹਿਲਾ ਸੋਵੀਅਤ ਸੰਘ ਦਾ ਹਿੱਸਾ ਸੀ, ਹੁਣ ਆਜ਼ਾਦ ਦੇਸ਼ ਹੈ, ਵਿੱਚ 1977 ਵਿੱਚ ਉਸਾਰਿਆ ਗਿਆ ਸੀ, ਜਿਸ ਦੇ 4 ਰਿਐਕਟਰ ਰਲ ਕੇ 4000 ਮੈਗਾਵਾਟ ਬਿਜਲੀ ਤਿਆਰ ਕਰਦੇ ਸਨ। ਸਾਡੇ ਭਾਖੜਾ ਡੈਮ ਚੋਂ 1000 ਮੈਗਾਵਾਟ ਬਿਜਲੀ ਨਿਕਲਦੀ ਹੈ। 1970 ਵਿੱਚ ਇਸ ਦਾ ਵਿਕਾਸ ਸ਼ੁਰੂ ਹੋਇਆ ਅਤੇ 1983 ਤੱਕ 4 ਰਿਐਕਟਰ ਚਾਲੂ ਹੋ ਗਏ। 2 ਰਿਐਕਟਰ ਹੋਰ ਬਣ ਰਹੇ ਸਨ ਜਦੋਂ 28 ਅਪ੍ਰੈਲ 1986 ਵਿੱਚ ਭਿਆਨਕ ਹਾਦਸਾ ਹੋ ਗਿਆ। ਅੱਜ ਸਭ ਮਸ਼ੀਨਾਂ ਉੱਥੇ ਦੀਆਂ ਉੱਥੇ ਖੜੀਆਂ ਹਨ। ਖੂਬਸੂਰਤ ਚਰਨੋਬਿਲ ਦਾ ਸ਼ਹਿਰ ਖੜਾ ਹੈ, ਪਰ ਹੈ ਸੁੰਨਮਸਾਨ। ਕੋਈ ਇਨਸਾਨ ਨਹੀਂ, ਕੋਈ ਜਾਨਵਰ ਨਹੀਂ, ਕੋਈ ਪੰਛੀ ਨਹੀਂ। ਚਰਨੋਬਿਲ ਬੇਲਾਰੂਸ ਯੂਕਰੇਨ ਸਰਹੱਦ ਤੋਂ ਕੇਵਲ 16 ਕਿਲੋਮੀਟਰ ਦੂਰ ਹੈ। ਸ਼ਹਿਰ ਕੀਵ 110 ਕਿਲੋਮੀਟਰ ਉੱਤਰ ਵੱਲ ਹੈ। ਹਾਦਸਾ ਰਿਐਕਟਰ ਨੰਬਰ 4 ਅੰਦਰ ਹੋਇਆ ਸੀ। ਬਿਜਲੀ ਦੀ ਕਿੱਲਤ ਕਾਰਨ ਸੋਵੀਅਤ ਸੰਘ ਤੋਂ ਅੱਡ ਅਤੇ ਆਜ਼ਾਦ ਹੋਏ ਯੂਕਰੇਨ ਨੇ ਬਾਕੀ ਦੇ 3 ਰਿਐਕਟਰਾਂ ਤੋਂ 14 ਸਾਲ ਹੋਰ ਕੰਮ ਲਿਆ ਅਤੇ ਕੇਵਲ ਦਸੰਬਰ 2000 ਵਿੱਚ ਹੀ ਕੰਮ ਠੱਪ ਹੋਇਆ। ਯੂਕਰੇਨ ਸਰਕਾਰ ਨੇ ਹੁਣੇ ਜੇ ਫੈਸਲਾ ਕੀਤਾ ਹੈ ਕਿ ਸਾਲ 2065 ਤੱਕ ਇਸ ਥਾਂ ਨੂੰ ਸਾਫ਼ ਕੀਤਾ ਜਾਵੇਗਾ। ਹਾਲਾਂ ਤਾਂ ਐਕਸੀਡੈਂਟ ਵਾਲੇ ਰਿਐਕਟਰ ਨੰਬਰ 4 ਨੂੰ ਢੱਕਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਉੱਤੇ ਕਈ ਬਿਲੀਅਨ ਡਾਲਰ ਖਰਚ ਆਉਣਗੇ। ਥਾਂ ਸਾਫ਼ ਕਰਨ ਉੱਤੇ ਕਿੰਨਾ ਖਰਚ ਆਵੇਗਾ, ਅਜੇ ਸਰਕਾਰ ਦੀ ਸੋਚ ਤੋਂ ਵੀ ਉਤਾਂਹ ਹੈ। ਯਾਦ ਕਰੋ 2-3 ਸਤੰਬਰ 1984 ਦੇ ਭੋਪਾਲ ਗੈਸ ਹਾਦਸੇ ਨੂੰ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਪਲਾਂ ਅਤੇ ਮਿੰਟਾਂ ਅੰਦਰ ਮਾਰ ਦਿੱਤਾ ਅਤੇ ਬੇਅੰਤ ਹਜ਼ਾਰਾਂ ਨੂੰ ਜੀਵਨ ਭਰ ਲਈ ਅਪਾਹਜ ਕਰ ਦਿੱਤਾ। 25 ਸਾਲ ਬੀਤ ਜਾਣ ਪਿੱਛੋਂ ਵੀ ਅਜੇ ਤੱਕ ਹਾਦਸੇ ਵਾਲੀ ਥਾਂ ਦਾ ਜ਼ਹਿਰ ਹਟਾਇਆ ਨਹੀਂ ਜਾ ਸਕਿਆ। ਨਾ ਹੀ ਪੀੜਤਾਂ ਨੂੰ ਉਹਨਾਂ ਦੀ ਤਸੱਲੀ ਨਾਲ ਮਾਇਕ ਸਹਾਇਤਾ ਕੀਤੀ ਗਈ ਹੈ। ਟੱਬਰਾਂ ਦੇ ਟੱਬਰ ਰੁਲ ਗਏ ਅਤੇ ਰੁਲ ਰਹੇ ਹਨ। ਅਪ੍ਰੈਲ 1986 ਵਿੱਚ ਹਾਲਾਂ ਚਰਨੋਬਿਲ ਹਾਦਸੇ ਦੀ ਜ਼ਿਆਦਾ ਭਿਣਕ ਨਹੀਂ ਸੀ ਨਿਕਲੀ, ਜਦੋਂ ਮੈਂ ਇੱਕ ਵੱਡੀ ਅੰਤਰਰਾਸ਼ਟਰੀ ਨੇਤਰ ਕਾਨਫਰੰਸ ਲਈ ਇਟਲੀ ਪੁੱਜਿਆ। ਮੇਰੀਆਂ ਮੀਟਿੰਗਾਂ ਰੋਮ, ਕੈਪਰੀ ਅਤੇ ਮਿਲਾਨ ਸ਼ਹਿਰਾਂ ਵਿੱਚ ਸਨ। ਉੱਥੋਂ ਦੀਆਂ ਖਬਰਾਂ ਵਿੱਚ ਇੰਨਾ ਹੀ ਸੁਣੀਦਾ ਸੀ ਕਿ ਰੂਸ ਅਤੇ ਉਸਦੇ ਸਾਥੀ ਪੂਰਬੀ ਦੇਸ਼ਾਂ ਅੰਦਰੋਂ ਸਬਜ਼ੀਆਂ, ਦੁੱਧ ਅਤੇ ਮੀਟ ਦੀ ਖਰੀਦ ਬੰਦ ਕੀਤੀ ਗਈ ਹੈ। ਇਟਲੀ ਅੰਦਰ ਜ਼ਿੰਦਗੀ ਇੰਜ ਸਧਾਰਨ ਚੱਲ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ। ਪਰ ਸਵਿਟਜ਼ਰਲੈਂਡ ਪਿਛਲੇ 30 ਸਾਲਾਂ ਤੋਂ ਰੂਸ ਅੰਦਰ ਹੁੰਦੇ ਐਟਮੀ ਟੈਸਟਾਂ ਤੋਂ ਉਪਜੇ ਪਰਮਾਣੂ ਕਿਣਕਿਆਂ ਦੇ ਪਸਾਰ ਉੱਤੇ ਨਜ਼ਰ ਰੱਖ ਰਿਹਾ ਸੀ। ਪਰਮਾਣੂ ਰੇਡੀਏਸ਼ਨ ਵਧਦਿਆਂ ਹੀ ਇਸ ਦੇ ਕੇਂਦਰ ਚੁਕੰਨੇ ਹੋ ਗਏ ਅਤੇ ਮਾਸਕੋ ਅੰਦਰ ਸਵਿਸ ਅੰਬੈਸੀ ਤੋਂ ਖਬਰ ਮੰਗੀ। ਦੂਤਾ ਘਰ ਅੰਦਰ ਉਸ ਸਮੇਂ ਖਾਣਾ ਪਾਰਟੀ ਚੱਲ ਰਹੀ ਸੀ, ਜਿੱਥੇ ਰੂਸੀ ਡਿਪਲੋਮੈਟ ਵੀ ਸਨ। ਪੁੱਛਣ ਉੱਤੇ ਉਹਨਾਂ ਨੇ ਦੱਸਿਆ ਕਿ ਕਿਸੇ ਪਰਮਾਣੂ ਹਾਦਸੇ ਬਾਰੇ ਖਬਰ ਨਹੀਂ ਹੈ। ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਰੂਸੀ ਟੀਵੀ ਉੱਤੇ ਇੱਕ 14 ਸੈਕਿੰਡ ਦੀ ਫਲੈਸ਼ ਖਬਰ ਆਈ ਕਿ ਚਰਨੋਬਿਲ ਐਟਮੀ ਬਿਜਲੀ ਘਰ ਅੰਦਰ ਅੱਗ ਲੱਗੀ ਹੈ। ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਲੋੜੀਂਦੇ ਕਦਮ ਸ਼ੁਰੂ ਹਨ। ਖਬਰ ਆਉਂਦਿਆਂ ਹੀ ਪਾਰਟੀ ਦਾ ਭੋਗ ਪੈ ਗਿਆ। ਅਮਰੀਕਨ ਉਪਗ੍ਰਹਿ ਨੇ ਵੀ ਬਲਦੇ ਪਰਮਾਣੂ ਬਿਜਲੀ ਪਲਾਂਟ ਦੀਆਂ ਤਸਵੀਰਾਂ ਖਿੱਚੀਆਂ, ਜਿੱਥੇ ਅੱਗ ਦੀਆਂ ਲਪਟਾਂ ਸੈਂਕੜੇ ਮੀਟਰ ਉੱਚੀਆਂ ਜਾ ਰਹੀਆਂ ਸਨ। ਜੇ ਰਿਐਕਟਰ ਨੰਬਰ 1 ਜਾਂ 2 ਨਾਲ ਹਾਦਸਾ ਹੁੰਦਾ ਤਾਂ ਇੰਨਾ ਖਿਲਾਰਾ ਨਾ ਪੈਂਦਾ, ਕਿਉਂ ਜੋ ਉਸ ਦੀ ਬਣਤਰ ਵਿੱਚ ਸੁਰੱਖਿਆ ਦਾ ਚੋਖਾ ਪ੍ਰਬੰਧ ਸੀ। ਪਰ ਕਿਹਾ ਜਾਂਦਾ ਕਿ ਰਿਐਕਟਰ ਨੰਬਰ 3 ਅਤੇ 4 ਵਿੱਚ ਡਿਜ਼ਾਈਨ ਵਿੱਚ ਕੀਤੀ ਤਬਦੀਲੀ ਕਾਫੀ ਹੱਦ ਤੱਕ ਕੁਤਾਹੀ ਵਾਲੀ ਸੀ। ਨਤੀਜਾ ਫਟੇ ਹੋਏ ਰਿਐਕਟਰ ਵਿੱਚੋਂ ਪਰਮਾਣੂ ਕਿਣਕੇ ਉੱਚੀਆਂ ਹਵਾਵਾਂ ਵਿੱਚ ਰਲ ਕੇ ਪੱਛਮੀ ਯੂਰਪ ਵੱਲ ਖਿੱਲਰਨ ਲੱਗੇ। ਪਹਿਲਾਂ ਸਟੀਮ ਦੇ ਦਬਾਅ ਹੇਠ 1000 ਟਨ ਵਜ਼ਨੀ ਢੱਕਣ ਉੱਡ ਕੇ ਪਾਸੇ ਡਿੱਗੇ।
3 ਸਕਿੰਟਾਂ ਪਿੱਛੋਂ ਭਿਆਨਕ ਰੇਡੀਓ ਐਕਟਿਵ ਕੀਮਿਆਈ ਧਮਾਕਾ ਹੋਇਆ। ਸੋਵੀਅਤ ਸੰਘ ਨੇ, ਜਿਵੇਂ ਸਰਕਾਰਾਂ ਕਰਦੀਆਂ ਨੇ, ਹਾਦਸੇ ਨੂੰ ਛੁਟਿਆਉਣ ਲਈ ਬਿਆਨ ਦਿੱਤਾ ਕਿ ਕੇਵਲ 3.5% ਸ਼ਕਤੀ ਚੋ ਗਈ ਹੈ। ਅਮਰੀਕਾ ਨੇ ਚੇਤਾਵਨੀ ਦਿੱਤੀ ਕਿ ਘੱਟੋ ਘੱਟ ਵੀ ਦੂਣੀ ਸ਼ਕਤੀ ਦਾ ਖਿਲਾਰ ਹੋਇਆ ਹੈ। ਚਾਰੇ ਪਾਸੇ 30-30 ਕਿਲੋਮੀਟਰ ਤੱਕ ਦਾ ਇਲਾਕਾ ਰੇਡੀਓ ਐਕਟਿਵ ਕਿਣਕਿਆਂ ਦੇ ਨਾਲ ਪਲੀਤ ਹੋ ਗਿਆ। 29 ਅਪ੍ਰੈਲ ਨੂੰ ਰੇਡੀਓ ਐਕਟਿਵ ਬੱਦਲ ਕੁਝ ਸਕੈਂਡੀਨੇਵੀਆ ਦੇਸ਼ਾਂ ਉੱਤੇ ਪਹੁੰਚ ਗਿਆ। ਜਿੱਥੇ ਕਿਤੇ ਵੀ ਬਾਰਿਸ਼ ਹੋਈ ਉਹ ਥਾਂ ਤੱਤਾ ਹੋ ਗਿਆ, ਭਾਵ ਚੋਖੀ ਰੇਡੀਓ ਐਕਟੀਵਿਟੀ ਮਾਤਰਾ ਦੀ ਹੋਂਦ। 7 ਮਈ ਤੱਕ ਕੁੱਲ ਯੂਰਪ ਨੂੰ ਰੇਡੀਓ ਐਕਟੀਵਿਟੀ ਨੇ ਲਪੇਟ ਲਿਆ। ਫਲ, ਸਬਜ਼ੀਆਂ, ਦੁੱਧ ਅਤੇ ਮੀਟ ਸੀਜ਼ੀਅਮ 174 ਅਤੇ ਸੀਜ਼ੀਅਮ 137 ਲਈ ਟੈਸਟ ਹੋਣ ਲੱਗ ਪਏ। ਪੋਲੈਂਡ ਦੇਸ਼ ਦੀ ਬਰਾਮਦ ਨੂੰ ਬਹੁਤ ਵੱਡਾ ਧੱਕਾ ਲੱਗਾ। ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖਣ ਦੀ ਹਦਾਇਤ ਹੋ ਗਈ। ਨਵੰਬਰ ਤੱਕ ਮੀਟ ਖਾਣ ਉੱਤੇ ਪਾਬੰਦੀ ਲੱਗ ਗਈ। ਮੈਂ 10 ਮਈ ਨੂੰ ਵਾਪਸ ਭਾਰਤ ਪਰਤਿਆ। ਉਦੋਂ ਤੱਕ ਚਰਨੋਬਿਲ ਹਾਦਸੇ ਦੀ ਗੰਭੀਰਤਾ ਤੋਂ ਬੇਖਬਰ ਸਾਂ। ਤਿੱਖੀ ਰੇਡੀਏਸ਼ਨ ਅੰਦਰ ਕਰੀਬ 500 ਕਾਮੇ ਲਪੇਟੇ ਗਏ। ਮੌਤ ਸਿਰ ਉੱਤੇ ਮੰਡਰਾਉਣ ਲੱਗੀ। ਅਮਰੀਕਾ ਤੋਂ ਇੱਕ ਵਿਸ਼ੇਸ਼ੱਗ ਰਾਪਟਰ ਗੇਲ ਆਇਆ, ਜਿਸ ਨੇ 50 ਕਾਮਿਆਂ ਨੂੰ ਬੋਨ ਮੈਰੋ, ਲੰਬੀਆਂ ਹੱਡੀਆਂ ਅੰਦਰਲੀ ਸੰਖੀ ਟ੍ਰਾਂਸਪਲਾਂਟ ਕੀਤੇ। ਇਹਨਾਂ ਵਿੱਚੋਂ ਕੇਵਲ 19 ਹੀ ਬਚ ਸਕੇ। ਕਿੰਨੀ ਦੇਰ ਲਈ ਇਹ ਪਤਾ ਨਹੀਂ। ਉਧਰ ਚਰਨੋਬਿਲ ਦੀ ਅੱਗ ਜਾਰੀ ਸੀ, ਜਿਸ ਨੂੰ ਬੁਝਾਉਣ ਲਈ ਫੌਜ ਦੇ ਕੈਮੀਕਲ ਯੂਨਿਟਾਂ ਦੇ ਜਵਾਨਾਂ ਨੇ ਹੈਲੀਕਾਪਟਰਾਂ ਅਤੇ ਟਰੱਕਾਂ ਰਾਹੀਂ ਲਗਾਤਾਰ ਪਾਣੀ ਅਤੇ ਖਾਸ ਕਰ ਪਲਾਸਟਿਕ ਦੀ ਵਰਤੋਂ ਕੀਤੀ। ਉਹਨਾਂ ਕੋਲ ਆਪਣੇ ਕੋਈ ਰੇਡੀਏਸ਼ਨ ਰੋਗ ਪਹਿਰਾਵੇ ਨਹੀਂ ਸਨ। ਅਜਿਹਾ ਹਾਦਸਾ ਕਦੇ ਸੋਚਿਆ ਹੀ ਨਹੀਂ ਸੀ ਗਿਆ। ਡਰ ਹੈ ਕਿ ਅਜਿਹੇ ਬੇਅੰਤ ਜਵਾਨਾਂ ਨੂੰ ਰੇਡੀਏਸ਼ਨ ਦੀ ਚੋਖੀ ਮਾਤਰਾ ਮਿਲੀ। ਹਾਦਸੇ ਵਾਲੀ ਥਾਂ ਦੇ ਆਲੇ ਦੁਆਲੇ ਜੰਗਲ ਵੀ ਝੁਲਸ ਗਏ। 8000 ਚਰਨੋਬਿਲੀਏ ਉਸੇ ਹੀ ਸਮੇਂ ਕੱਢ ਲਏ ਗਏ ਜਦੋਂ ਹਾਲਾਂ ਰੇਡੀਏਸ਼ਨ ਕਿਣਕੇ ਧਰਤੀ ਵੱਲ ਨਹੀਂ ਸਨ ਆਏ। ਚਰਨੋਬਿਲ ਤੋਂ 30 ਕਿਲੋਮੀਟਰ ਦੇ ਘੇਰੇ ਵਿੱਚ ਰਹਿੰਦੇ 2.5 ਲੱਖ ਲੋਕਾਂ ਨੂੰ ਤੁਰੰਤ ਕੱਢ ਲਿਆ ਗਿਆ। ਨਾ ਦਿਨ ਵੇਖਿਆ ਨਾ ਰਾਤ। ਜਿੱਥੇ ਕੋਈ ਜਿਸ ਹਾਲ ਵਿੱਚ ਸੀ, ਸਭ ਕੁਝ ਪਿੱਛੇ ਛੱਡ ਕੇ ਆ ਗਿਆ। ਲੋਕਾਂ ਨੂੰ ਕੱਢ ਲਿਆਉਣ ਵਿੱਚ ਕਰੀਬ 4000 ਨਰਸਾਂ ਨੇ ਸੇਵਾ ਦਿੱਤੀ। ਕੁੱਲ ਯੂਰਪ ਵਿੱਚ ਕੋਈ 20 ਕਰੋੜ ਲੋਕਾਂ ਦੇ ਇਲਾਕੇ ਵਿੱਚ ਰੇਡੀਏਸ਼ਨ ਕਿਣਕੇ ਪੁੱਜੇ, ਭਾਵੇਂ ਹਵਾ ਅਤੇ ਬਾਰਿਸ਼ ਰਾਹੀਂ, ਭਾਵੇਂ ਪਾਣੀ, ਦੁੱਧ ਅਤੇ ਹੋਰ ਖੁਰਾਕ ਰਾਹੀਂ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਘੱਟੋ ਘੱਟ ਹਰ 50,000 ਲੋਕਾਂ ਪਿੱਛੇ ਇੱਕ ਵਿਅਕਤੀ ਇਸ ਨਵੀਂ ਰੇਡੀਏਸ਼ਨ ਕਰਕੇ ਕੈਂਸਰ ਦਾ ਸ਼ਿਕਾਰ ਬਣਿਆ ਹੋਵੇਗਾ। ਕਈ ਸੈਰ ਸਪਾਟੇ ਦੇ ਥਾਂ ਹਾਟ ਸਪਾਟ ਬਣਨ ਕਾਰਨ ਬੰਦ ਹੀ ਕਰ ਦਿੱਤੇ ਗਏ। ਉਧਰ ਰੇਡੀਅਰ ਦਾ ਮੀਟ ਸ਼ੌਂਕ ਨਾਲ ਖਾਧਾ ਜਾਂਦਾ ਹੈ। 1300 ਰੇਡੀਅਰਾਂ ਨੂੰ ਸੀਜ਼ੀਅਮ 137 ਦੀ ਮਾਤਰਾ ਵੱਧ ਹੋਣ ਕਰਕੇ ਇੱਕ ਥਾਂ ਉੱਤੇ ਦਫਨਾ ਦਿੱਤਾ ਗਿਆ। ਲੈਪਲੈਂਡ ਇਲਾਕੇ ਵਿੱਚ ਰੇਡੀਅਰ ਵਪਾਰ ਨੂੰ ਧੱਕਾ ਲੱਗਾ। ਸੋਵੀਅਤ ਸੰਘ ਦੇ ਅੰਦਰਲੇ ਹਾਲਾਤ ਦਾ ਗਿਆਨ ਬੜੀ ਦੇਰ ਪਿੱਛੋਂ ਪਤਾ ਲੱਗਿਆ। ਅਜਿਹੀ ਕੁੜਿੱਕੀ ਵਿੱਚ ਫਸਿਆ ਦੇਸ਼ ਝੂਠ ਦੇ ਸਹਾਰੇ ਹੀ ਦਿਨ ਟਪਾਉਣ ਦੀ ਕੋਸ਼ਿਸ਼ ਕਰਦਾ ਹੈ, ਖਾਸ ਕਰਕੇ ਜੇ ਪ੍ਰੈਸ ਅਤੇ ਟੀਵੀ ਸਰਕਾਰ ਦੇ ਆਖੇ ਵਿੱਚ ਹੋਣ ਤਾਂ। ਸੋਵੀਅਤ ਸੰਘ ਦੇ ਅੰਗ ਬੈਲਾਰੂਸ ਰਾਜ ਵਿੱਚ ਭਿਆਨਕ ਰੂਪ ਵਿੱਚ ਅਸਰ ਹੋਇਆ। ਸੋਵੀਅਤ ਸੰਘ ਟੁੱਟਣ ਪਿੱਛੋਂ ਬੈਲਾਰੂਸ 1990 ਲਈ ਆਪਣੇ ਪੈਰਾਂ ਉੱਤੇ ਖੜਾ ਹੋਣਾ ਮੁਸ਼ਕਲ ਹੋ ਗਿਆ। ਬੈਲਾਰੂਸ ਦਾ ਖਿਲਾਰ ਕੇਵਲ 80,105 ਵਰਗ ਮੀਲ ਹੈ ਅਤੇ ਆਬਾਦੀ ਮਸਾਂ ਹੀ 1 ਕਰੋੜ, ਭਾਵ ਭਾਰਤੀ ਪੰਜਾਬ ਨਾਲੋਂ 4 ਗੁਣਾ ਵੱਡਾ ਅਤੇ ਆਬਾਦੀ 2.5 ਗੁਣਾ ਘੱਟ। ਚਰਨੋਬਿਲ ਹਾਦਸੇ ਦੇ ਨਾਲ ਬੈਲਾਰੂਸ ਦਾ ਕਰੀਬ 23% ਇਲਾਕਾ, ਕਰੀਬ 20,000 ਵਰਗ ਮੀਲ ਭ੍ਰਿਸ਼ਟ ਹੋ ਗਿਆ। ਯੂਕਰੇਨ ਦਾ 7% ਅਰਥਾਤ 16,240 ਵਰਗ ਮੀਲ ਅਤੇ ਰੂਸ ਦਾ 1.5% ਇਲਾਕਾ, ਭਾਵ 98,000 ਵਰਗ ਮੀਲ ਭ੍ਰਿਸ਼ਟ ਹੋਇਆ ਸੀ। ਇਸ ਦੁਰਘਟਨਾ ਦੇ ਕਾਰਨ ਹੁਣ ਤੱਕ ਕਰੀਬ $250 ਬਿਲੀਅਨ ਦੇ ਬਰਾਬਰ ਨੁਕਸਾਨ ਹੋਇਆ ਹੈ। ਅਮਰੀਕਾ ਦੀ ਇਰਾਕ ਅਤੇ ਅਫਗਾਨਿਸਤਾਨ ਉੱਪਰ ਠੋਸੀ ਜੰਗ ਦੇ ਖਰਚੇ ਦਾ ਚੌਥਾ ਹਿੱਸਾ ਅਤੇ ਭਾਰਤ ਦੇ ਸਾਲਾਨਾ ਬਜਟ ਨਾਲੋਂ 4 ਗੁਣਾ ਵੱਧ। ਸਪਸ਼ਟ ਹੈ ਕਿ ਬੇਅੰਤ ਹਾਨੀ ਹੋਈ ਸੀ ਅਤੇ ਹੁੰਦੀ ਹੀ ਜਾ ਰਹੀ ਹੈ, ਕਿਉਂਕਿ ਵਿਗਾੜੀ ਹੋਈ ਧਰਤੀ ਨੂੰ ਠੀਕ ਹੁੰਦਿਆਂ ਸੈਂਕੜੇ ਹਜ਼ਾਰਾਂ ਸਾਲ ਲੱਗ ਜਾਣਗੇ। ਬੈਲਾਰੂਸ ਦੀ ਖੇਤੀਯੋਗ ਜ਼ਮੀਨ ਦਾ
ਪੰਜਵਾਂ ਹਿੱਸਾ ਨਸ਼ਟ ਹੋ ਗਿਆ। ਇਨਸਾਨਾਂ ਨਾਲ ਘੱਟ ਨਹੀਂ ਬੀਤੀ। 20 ਲੱਖ ਲੋਕ ਪ੍ਰਭਾਵਿਤ ਹੋਏ। 13 ਲੱਖ ਲੋਕ ਅਜੇ ਵੀ ਖਤਰੇ ਵਾਲੇ ਇਲਾਕੇ ਵਿੱਚ ਰਹਿ ਰਹੇ ਹਨ। ਜਾਣ ਕਿੱਧਰ? ਕੈਂਸਰ, ਖਾਸ ਕਰ ਥਾਇਰਾਇਡ ਦਾ ਕੈਂਸਰ, ਬੱਚਿਆਂ ਅੰਦਰ 40 ਗੁਣਾ ਤੇ ਵੱਡਿਆਂ ਅੰਦਰ 5 ਗੁਣਾ ਵਧਿਆ। ਗੁਣਾ ਪ੍ਰਤੀਸ਼ਤ ਨਹੀਂ, ਬੇਅੰਤ ਹੋਰ ਬਿਮਾਰੀਆਂ ਵੀ। ਕੁੱਲ ਜੰਗਲਾਂ ਦਾ ਚੌਥਾ ਹਿੱਸਾ, ਖਣਿਜ ਪਦਾਰਥਾਂ ਦੇ 132 ਇਲਾਕੇ ਅਤੇ 320 ਵੱਡੀਆਂ ਸਨਅਤਾਂ ਦੇ ਇਲਾਕੇ ਚਰਨੋਬਿਲ ਤੋਂ ਭ੍ਰਿਸ਼ਟ ਹੋ ਗਏ। ਧਰਤੀ ਉੱਤੇ ਹਰ ਸਾਲ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ, ਜੋ ਅਖਬਾਰਾਂ ਅਤੇ ਟੀਵੀ ਦੀਆਂ ਸੁਰਖੀਆਂ ਉੱਤੇ ਛਾ ਜਾਂਦੀ ਹੈ। ਚਰਨੋਬਿਲ ਜਿਹੇ ਭਿਆਨਕ ਹਾਦਸੇ ਵੀ ਨਿਤ ਨਵੀਆਂ ਸੁਰਖੀਆਂ ਦੀ ਮੋਟੀ ਤਹਿ ਹੇਠ ਦੱਬੇ ਜਾਂਦੇ ਹਨ। ਬੜੇ ਗੁਣੀ ਗਿਆਨੀ ਸਾਇੰਸਦਾਨਾਂ ਦੀ ਯਾਦ ਅੰਦਰ ਚਰਨੋਬਿਲ ਹਾਦਸੇ ਦਾ ਨਾ ਕੋਈ ਉਤੇਜਨਾ ਪੈਦਾ ਨਹੀਂ ਕਰਦਾ। ਸੋਵੀਅਤ ਸੰਘ ਦੇ ਸਰਕਾਰੀ ਪ੍ਰਚਾਰ ਅਤੇ 3 ਪਰਮਾਣੂ ਬਿਜਲੀ ਘਰਾਂ ਦੇ ਕਈ ਸਾਲ ਹੋਰ ਚੱਲਦੇ ਰਹਿਣ ਕਰਕੇ ਚਰਨੋਬਿਲ ਹਾਦਸੇ ਦੀ ਗੰਭੀਰਤਾ ਨੂੰ ਘੁੱਟ ਕੇ ਰੱਖਿਆ। ਪਰ ਕਈ ਏਜੰਸੀਆਂ ਅਤੇ ਸਾਇੰਸਦਾਨ ਬੁਰੇ ਦੇ ਘਰ ਤੱਕ ਪਹੁੰਚਣ ਲਈ ਸਾਲੋ ਸਾਲ ਯਤਨਸ਼ੀਲ ਰਹੇ ਹਨ। ਨਿਊਯਾਰਕ ਅਕੈਡਮੀ ਆਫ ਸਾਇੰਸਜ਼ ਨੇ 24 ਸਾਲਾਂ ਪਿੱਛੋਂ ਇੱਕ ਕਿਤਾਬ ਛਾਪੀ ਹੈ, ਜਿਸ ਵਿੱਚ ਇਸ ਮਹਾਂਹਾਦਸੇ ਦੇ ਲੋਕਾਂ ਅਤੇ ਵਾਤਾਵਰਣ ਉੱਤੇ ਅਸਰ ਬਿਆਨ ਕੀਤੇ ਹਨ। ਲਿਖਣ ਵਾਲੇ ਹਨ ਮਾਸਕੋ ਦੇ ਸਾਇੰਸਦਾਨ ਜਾਬਲੋਕੋਵ ਅਤੇ ਬੈਲਾਰੂਸ ਦੇ ਨੈਸਤਰੋਂਤੋ। ਇਨ੍ਹਾਂ ਲੇਖਕਾਂ ਨੇ ਪਿਛਲੇ 23 ਸਾਲਾਂ ਵਿੱਚ ਛਪੇ 5000 ਤੋਂ ਵੱਧ ਖੋਜ ਪੱਤਰਾਂ ਵਿੱਚੋਂ ਆਪਣੀ ਖੋਜ ਸਮੱਗਰੀ ਇਕੱਠੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹੀਰੋਸ਼ੀਮਾ ਨਾਗਾਸਾਕੀ ਉੱਤੇ ਸੁੱਟੇ ਅਮਰੀਕੀ ਬੰਬਾਂ ਨਾਲੋਂ ਚਰਨੋਬਿਲ ਤੋਂ 100 ਗੁਣਾ ਵਧੇਰੇ ਰੇਡੀਓ ਐਕਟਿਵ ਸਮੱਗਰੀ ਉਛਲੀ ਹੈ। ਉਹਨਾਂ ਦੇ ਮੁਤਾਬਕ ਚਰਨੋਬਿਲ ਉਛਾਲੇ ਤੋਂ ਧਰਤੀ ਦਾ ਕੁੱਲ ਉੱਤਰੀ ਅੱਧ ਗੋਲਾ ਪ੍ਰਭਾਵਿਤ ਹੋਇਆ। ਉਹਨਾਂ ਦੇ ਵਿਚਾਰ ਅਨੁਸਾਰ ਕੁੱਲ ਦੁਨੀਆ ਅੰਦਰ ਚਰਨੋਬਿਲ ਕਾਰਨ ਹੁਣ ਤੱਕ 10 ਲੱਖ ਤੋਂ ਵੱਧ ਲੋਕ ਮਰ ਚੁੱਕੇ ਹਨ। ਲੇਖਕਾਂ ਦੇ ਵਿਚਾਰ ਵਿਸ਼ਵ ਸਿਹਤ ਸੰਸਥਾ ਅਤੇ ਪਰਮਾਣੂ ਸ਼ਕਤੀ ਏਜੰਸੀ ਦੇ ਬਿਆਨਾਂ ਦੇ ਬਿਲਕੁਲ ਵਿਰੁੱਧ ਹਨ। ਏਜੰਸੀਆਂ ਅਨੁਸਾਰ ਸ਼ੁਰੂ ਵਿੱਚ ਕੇਵਲ 31 ਉਹ ਲੋਕ ਮਰੇ ਜਿਨ੍ਹਾਂ ਨੇ ਅੱਗ ਬੁਝਾਉਣ ਲਈ ਸੇਵਾ ਦਿੱਤੀ ਸੀ। ਇਹਨਾਂ ਨੂੰ ਲਿਕੁਇਡੇਟਰ ਆਖਿਆ ਗਿਆ ਸੀ। ਕਰੀਬ 8,30,000 ਕਾਮਿਆਂ ਨੇ ਚਰਨੋਬਿਲ ਰਿਐਕਟਰ ਦੀ ਅੱਗ ਬੁਝਾਉਣ ਅਤੇ ਟਿਕਾਣੇ ਦੀ ਸਫਾਈ ਵਿੱਚ ਹਿੱਸਾ ਲਿਆ ਸੀ। ਸਫਾਈ ਕਾਮਿਆਂ ਦੀ ਗਿਣਤੀ ਨੋਟ ਕਰੋ। ਕਿਤਾਬ ਦਾ ਕਹਿਣਾ ਹੈ ਕਿ ਸੰਨ 2005 ਤੱਕ 1,12,000 ਤੋਂ 1,25,000 ਲਿਕੁਇਡੇਟਡ ਮਾਸ਼ਕੀ ਫਾਇਰ ਫਾਈਟਰ ਮਰ ਚੁੱਕੇ ਹਨ। ਚਰਨੋਬਿਲ ਘੋਰ ਤਬਾਹੀ ਦੀ 24ਵੀਂ ਵਰ੍ਹੇਗੰਢ ਉੱਤੇ ਹੁਣ ਘੱਟੋ ਘੱਟ ਇਹ ਸਮਝ ਆਉਂਦੀ ਹੈ ਕਿ ਸਾਡੀ ਸੋਚ ਦੇ ਦਾਇਰੇ ਤੋਂ ਕਿਤੇ ਵੱਧ ਤਬਾਹੀ ਹੋਈ ਹੈ। ਕੁੱਲ ਦੁਨੀਆ ਅੰਦਰੋਂ ਅੰਕੜੇ ਕੱਢ ਕੇ ਅੰਦਾਜ਼ਾ ਲਗਾਇਆ ਗਿਆ 1986 ਤੋਂ 2004 ਤੱਕ ਚਰਨੋਬਿਲ ਰੇਡੀਆਈ ਧੂੜੇ ਕਾਰਨ 9,85,000 ਮੌਤਾਂ ਹੋਈਆਂ। ਵਿਸ਼ਵ ਸਿਹਤ ਸੰਸਥਾ ਅਤੇ ਵਿਸ਼ਵ ਐਟਮੀ ਏਜੰਸੀ ਮੁਤਾਬਕ ਚਰਨੋਬਿਲ ਕਾਰਨ 9,000 ਮੌਤਾਂ ਹੋਈਆਂ ਹਨ ਅਤੇ 2005 ਤੱਕ 2 ਲੱਖ ਲੋਕ ਰੇਡੀਏਸ਼ਨ ਬਿਮਾਰੀਆਂ ਵਿੱਚ ਗ੍ਰਸਤ ਹੋਏ ਹਨ। ਜਾਬਲੋਕੋਵ ਸਾਥੀਆਂ ਦਾ ਕਹਿਣਾ ਹੈ ਕਿ ਪਹਿਲਾਂ ਮੰਨਿਆ ਜਾਂਦਾ ਸੀ ਕਿ ਪਰਮਾਣੂ ਰਿਐਕਟਰ ਅੰਦਰੋਂ 50 ਮਿਲੀਅਨ ਕਿਊਰੀ ਬਰਾਬਰ ਰੇਡੀਆਈ ਧੂੜਾ ਨਿਕਲਿਆ ਸੀ। ਹੁਣ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਹ ਰੇਡੀਆਈ ਧੂੜਾ 10 ਬਿਲੀਅਨ ਕਿਊਰੀ ਬਰਾਬਰ, ਭਾਵ ਪਹਿਲੇ ਅੰਦਾਜ਼ੇ ਤੋਂ 200 ਗੁਣਾ ਵੱਧ ਸੀ। ਸੋਵੀਅਤ ਸੰਘ ਤੋਂ ਬਾਹਰ ਚੋਖੀ ਰੇਡੀਓ ਐਕਟਿਵ ਧੂੜ ਡਿੱਗਣ ਵਾਲੇ ਦੇਸ਼ਾਂ ਅੰਦਰ ਸਨ ਨਾਰਵੇ, ਸਵੀਡਨ, ਫਿਨਲੈਂਡ, ਯੂਗੋਸਲਾਵੀਆ, ਬਲਗਾਰੀਆ, ਰੋਮਾਨੀਆ, ਗਰੀਸ, ਯੂਕੇ ਅਤੇ ਜਰਮਨੀ ਦੇ ਕੁਝ ਹਿੱਸੇ। ਹਾਦਸੇ ਦੇ 9 ਦਿਨਾਂ ਦੇ ਅੰਦਰ ਇਹ ਧੂੜਾ ਕੈਨੇਡਾ ਅਤੇ USA ਪਹੁੰਚ ਗਿਆ। ਸੋਵੀਅਤ ਸੰਘ ਅੰਦਰ ਪ੍ਰਭਾਵਿਤ ਜੋੜਿਆਂ ਦੀ ਔਲਾਦ 80% ਬਿਮਾਰੂ ਸੀ। ਚਰਨੋਬਿਲ ਪ੍ਰਭਾਵਿਤ ਇਲਾਕਿਆਂ ਅੰਦਰ ਬਿਮਾਰੀਆਂ ਵਿੱਚ ਬੇਅੰਤ ਵਾਧਾ ਹੋਇਆ। ਬੱਚੇ ਗਿਰ ਜਾਣੇ, ਜਨਮ ਸਮੇਂ ਹੀ ਮੌਤਾਂ, ਸਰੀਰ ਅੰਦਰ ਪੈਦਾਇਸ਼ੀ ਖੋਟਾਂ, ਸਾਹ, ਪਾਚਨ, ਪੱਠਿਆਂ, ਨਰਵ, ਐਂਡੋਕਰੀਨ, ਖੂਨ, ਪਿਸ਼ਾਬ, ਦਿਲ ਅਤੇ ਖੂਨ ਨਾੜੀਆਂ, ਜੈਨੇਟਿਕ ਅਤੇ ਇਮਿਊਨਿਟੀ ਪ੍ਰਣਾਲੀਆਂ ਵਿੱਚ ਬੇਅੰਤ ਰੋਗ ਉਤਪੰਨ ਹੋਏ। ਇਸ ਤੋਂ ਛੁੱਟ ਕੈਂਸਰ ਅਤੇ ਨਾ ਕੈਂਸਰ ਰਸੌਲੀਆਂ ਵਿੱਚ ਵਾਧਾ ਹੋਇਆ। ਇਨਸਾਨਾਂ ਤੋਂ ਇਲਾਵਾ ਕੁੱਲ ਢੋਰ ਡੰਗਰ, ਪੰਛੀ, ਮੱਖੀਆਂ, ਬੂਟੇ, ਦਰਖਤ, ਬੈਕਟੀਰੀਆ
ਅਤੇ ਵਾਇਰਸਾਂ ਉੱਤੇ ਵੀ ਅਸਰ ਹੋਇਆ। ਪ੍ਰਭਾਵਿਤ ਇਲਾਕਿਆਂ ਅੰਦਰ ਪੈਦਾ ਕੀਤੀ ਗਈ ਖੁਰਾਕ ਸਮੇਂ ਸਿਰ ਰੇਡੀਏਸ਼ਨ ਧੂੜੇ ਦੀ ਪਛਾਣ ਨਾ ਹੋਣ ਕਰਕੇ ਦੂਰ ਦੂਰ ਤੱਕ ਵੰਡੀ ਗਈ ਅਤੇ ਖਾਧੀ ਗਈ, ਜਿਸ ਦੇ ਨਤੀਜੇ ਕਈ ਦਹਾਕਿਆਂ ਤੱਕ ਨਿਕਲਦੇ ਰਹਿਣਗੇ। ਦੁਨੀਆ ਦੇ ਅੰਦਰ ਇਸ ਵੇਲੇ 435 ਪਰਮਾਣੂ ਰਿਐਕਟਰ ਹਨ, ਜਿਨ੍ਹਾਂ ਵਿੱਚੋਂ 104 ਤਾਂ ਅਮਰੀਕਾ ਅੰਦਰ ਹਨ। ਲੇਖਕਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪਰਮਾਣੂ ਏਜੰਸੀਆਂ ਨੇ ਚਰਨੋਬਿਲ ਹਾਦਸੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਬਲਕਿ ਖਤਰੇ ਨੂੰ ਛੁਟਾਉਣ ਦੀ ਕੋਸ਼ਿਸ਼ ਕੀਤੀ ਹੈ। ਕੁੱਲ ਪਰਮਾਣੂ ਸ਼ਕਤੀ ਪੈਦਾ ਕਰਦੇ ਰਿਐਕਟਰਾਂ ਦਾ ਬੇਅੰਤ ਰੇਡੀਓ ਐਕਟਿਵ ਕੂੜਾ ਪੈਦਾ ਹੁੰਦਾ। ਇਸ ਕੂੜੇ ਨੂੰ ਸਦਾ ਸਦਾ ਲਈ ਸਿਰਫ ਖਤਰੇ ਵਾਲਾ ਬਣਾ ਕੇ ਕਿਸੇ ਸੁਰੱਖਿਅਤ ਟਿਕਾਣੇ ਉੱਤੇ ਰੱਖਣਾ ਅੱਜ ਸਾਇੰਸ ਦੀ ਪੂਰਨ ਤਸੱਲੀ ਬਖਸ਼ ਪਹੁੰਚ ਤੋਂ ਬਾਹਰ ਹੈ। ਜਿੰਨੇ ਪਰਮਾਣੂ ਰਿਐਕਟਰ ਬਣੇ ਹਨ, ਉਹਨਾਂ ਨੇ ਇੱਕ ਦਿਨ ਕੰਮ ਬੰਦ ਕਰਨਾ ਹੈ। ਉਹਨਾਂ ਦੀ ਰੇਡੀਏਸ਼ਨ ਸਦਾ ਲਈ ਬੰਦ ਕਰਨਾ ਇਹ ਵੀ ਇੱਕ ਸਮੱਸਿਆ ਹੈ। ਜਿਨ ਬੋਤਲ ਤੋਂ ਬਾਹਰ ਆ ਗਿਆ ਹੈ, ਉਸ ਨੂੰ ਵਾਪਸ ਕੌਣ ਭੇਜੇ? ਸਮਝਿਆ ਜਾ ਰਿਹਾ ਹੈ ਕਿ ਜਿੰਨਾ ਖਰਚ ਪਰਮਾਣੂ ਰਿਐਕਟਰ ਬਣਾਉਣ ਉੱਤੇ ਆਵੇਗਾ, ਉਸ ਤੋਂ ਵੱਧ ਖਰਚਾ ਆਵੇਗਾ ਉਸ ਨੂੰ ਬੰਦ ਅਤੇ ਸੁਰੱਖਿਅਤ ਕਰਨ ਉੱਤੇ। ਸਾਡਾ ਦੇਸ਼ ਕੰਪਨੀਆਂ ਅਤੇ ਸਰਕਾਰਾਂ ਦੇ ਬਾਹਰੋਂ ਦਬਾਅ ਅਤੇ ਹੱਲਾਸ਼ੇਰੀ ਅਤੇ ਦੇਸ਼ ਅੰਦਰ ਨਿੱਜੀ ਸਰਮਾਏਦਾਰੀ ਦੇ ਉਤਸ਼ਾਹ ਨਾਲ ਚੋਖੇ ਪਰਮਾਣੂ ਬਿਜਲੀ ਘਰ ਬਣਾਉਣ ਵਾਲੇ ਮਾਰਗ ਉੱਤੇ ਠਿੱਲ ਪਿਆ। ਪਰਮਾਣੂ ਊਰਜਾ ਦੇ ਖਿਲਾਫ ਬੋਲਣ ਵਾਲਿਆਂ ਨੂੰ ਝੱਟ ਦੇਸ਼ ਧਰੋਈਆਂ ਦਾ ਦਰਜਾ ਮਿਲ ਜਾਂਦਾ। ਸਾਡਾ ਦੇਸ਼ ਬਹੁਤ ਗਾੜੀ ਵਸੋਂ ਵਾਲਾ ਹੈ। ਕੇਵਲ ਇੱਕ ਹੀ ਚਰਨੋਬਿਲ ਜਿਹਾ ਹਾਦਸਾ ਸਾਡੇ ਦੇਸ਼ ਦਾ ਲੱਕ ਤੋੜ ਸਕਦਾ ਹੈ। ਸਾਡੇ ਆਪਣੇ ਪਾਸ ਤਾਂ ਨਵੇਂ ਪਰਮਾਣੂ ਬਿਜਲੀ ਘਰਾਂ ਲਈ ਪਰਮਾਣੂ ਬਾਲਣ ਵੀ ਨਹੀਂ ਹੈ। ਅਸੀਂ ਸਦਾ ਲਈ ਇਸ ਬਾਲਣ ਲਈ ਹੱਥ ਅੱਡਦੇ ਰਹਾਂਗੇ ਅਤੇ ਬਾਹਰਲੀਆਂ ਸ਼ਕਤੀਆਂ ਦੀ ਬਲੈਕਮੇਲ ਵਿੱਚ ਫਸੇ ਰਹਾਂਗੇ। ਕਿਸੇ ਪਰਮਾਣੂ ਹਾਦਸੇ ਦੀ ਹਾਲਤ ਵਿੱਚ ਸਾਨੂੰ ਹਜ਼ਾਰਾਂ ਭੋਪਾਲ ਕਾਂਡਾਂ ਵਰਗੇ ਦੁੱਖੜੇ ਕਈ ਸਦੀਆਂ ਸਹਿਣੇ ਪੈਣਗੇ। ਅੰਤ ਵਿੱਚ ਸਵਾਲ ਹਨ, ਅਮਰੀਕਾ ਨੇ 1996 ਤੋਂ ਪਿੱਛੋਂ ਕੋਈ ਨਵਾਂ ਪਰਮਾਣੂ ਬਿਜਲੀ ਘਰ ਕਿਉਂ ਨਹੀਂ ਉਸਾਰਿਆ? ਪ੍ਰਧਾਨ ਬੁਸ਼ ਨੂੰ ਭਾਰਤ ਲਈ ਪਰਮਾਣੂ ਉਦਾਰਤਾ ਦਾ ਪਿਆਰ ਕਿਵੇਂ ਉਮੜ ਪਿਆ ਕਿ ਅਸੀਂ ਲੋੜੀਂਦੀ ਗੈਰ ਪਰਮਾਣੂ ਸ਼ਕਤੀ ਪੈਦਾ ਕਰਨ ਲਈ ਬਿਲਕੁਲ ਅਸਮਰੱਥ ਹਾਂ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ, ਭਾਗ 24ਵਾਂ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।